ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਦਿੱਲੀ ਸਰਹੱਦ ਤੇ ਕਿਸਾਨ ਅੰਦੋਲਨ ਦੇ 33ਵੇਂ ਦਿਨ ਸਰਕਾਰ ਨੇ ਫਿਰ ਭੇਜਿਆ ਗੱਲਬਾਤ ਦਾ ਸੱਦਾ। 30 ਦਸੰਬਰ ਨੂੰ ਦੁਪਹਿਰ 2 ਵਜੇ ਵਿਗਿਆਨ ਭਵਨ ਵਿਖੇ ਹੋਵੇਗੀ ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਪਹਿਲੀ ਚਾਲਕ ਰਹਿਤ ਮੈਟਰੋ ਦਾ ਕੀਤਾ ਉਦਘਾਟਨ। ਦਿੱਲੀ ਦੀ ਮਜੈਂਟਾ ਲਾਈਨ ਤੇ ਦੌੜੇਗੀ ਪਹਿਲੀ ਡਰਾਈਵਰਲੈਸ ਟ੍ਰੇਨ। ਸਾਲ 2025 ਤੱਕ 25 ਸ਼ਹਿਰਾਂ ਤੱਕ ਹੋਵੇਗਾ ਮੈਟਰੋ ਦਾ ਵਿਸਥਾਰ। ਜੀਓ ਦੇ ਟਾਵਰਾਂ ਤੇ ਉਤਰ ਰਿਹਾ ਪੰਜਾਬ ਦੇ ਕਿਸਾਨਾਂ ਦਾ ਗੁੱਸਾ। ਪਿਛਲੇ 2 ਮਹੀਨਿਆਂ 'ਚ 1400 ਤੋਂ ਵੱਧ ਟਾਵਰਾਂ ਨੂੰ ਪਹੁੰਚਾਇਆ ਨੁਕਸਾਨ। ਪੰਜਾਬ ਦੇ ਕਈ ਸ਼ਹਿਰਾਂ 'ਚ ਅੱਜ ਵੀ ਬੰਦ ਕੀਤੇ ਗਏ ਜੀਓ ਦੇ ਟਾਵਰ। ਪੰਜਾਬ ਦੇ ਕਿਸਾਨਾਂ ਦੀ ਰਾਹ ਤੁਰੇ ਹਰਿਆਣਾ ਦੇ ਕਿਸਾਨ। ਹਰਿਆਣਾ ਦੇ ਸਾਰੇ ਟੋਲ ਪਲਾਜ਼ੇ ਕੀਤੇ ਮੁਫਤ। ਖਟਕੜ ਟੋਲ ਪਲਾਜ਼ਾ ਤੋਂ ਮੁਫਤ ਲੰਘਾਏ ਜਾ ਰਹੇ ਨੇ ਸਾਰੇ ਵਾਹਨ। ਫਾਸਟੈਗ ਸੈਂਸਰ ਵੀ ਕੀਤੇ ਬੰਦ। ਅਤੇ ਕਿਸਾਨੀ ਘੋਲ 'ਚ ਸ਼ਹਾਦਤ ਦਾ ਦੌਰ ਲਗਾਤਾਰ ਜਾਰੀ। ਬਰਨਾਲਾ ਤੇ ਗੁਰਦਾਸਪੁਰ ਦੇ 2 ਕਿਸਾਨਾਂ ਦੀ ਸੰਘਰਸ਼ ਦੌਰਾਨ ਗਈ ਜਾਨ। ਮਾਨਸਾ ਦੀ ਬਜ਼ੁਰਗ ਮਜ਼ਦੂਰ ਆਗੂ ਵੀ ਹੋਈ ਸ਼ਹੀਦ। ਤੇ ਹੁਣ ਖਬਰਾਂ ਦਾ ਵਿਸਥਾਰ। ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਅਗਲੀ ਮੀਟਿੰਗ 30 ਦਸੰਬਰ ਨੂੰ ਹੋਵੇਗੀ। ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ 30 ਦਸੰਬਰ ਨੂੰ ਦੁਪਹਿਰ 2 ਵਜੇ ਵਿਗਿਆਨ ਭਵਨ ਵਿਖੇ ਗੱਲਬਾਤ ਦਾ ਸੱਦਾ ਦਿੱਤਾ ਹੈ। ਇਹ ਸੱਦਾ ਦੇਸ਼ ਦੀਆਂ 40 ਕਿਸਾਨ ਜਥੇਬੰਦੀਆਂ ਨੂੰ ਭੇਜਿਆ ਗਿਆ ਹੈ। ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਵੱਲੋਂ ਭੇਜੀ ਗਈ ਚਿੱਠੀ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਸਾਫ਼ ਨੀਅਤ ਤੇ ਖੁੱਲ੍ਹੇ ਮਨ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਬੈਠਕ ਦੌਰਾਨ ਕਿਸਾਨਾਂ ਦੇ ਹਰ ਸ਼ੰਕੇ ਦੀ ਚਰਚਾ ਕਰਨ ਤੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਬੈਠਕ 'ਚ ਕੇਂਦਰੀ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰਨਗੇ। ਦੱਸ ਦਈਏ ਕਿ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਿਹਾ ਕਿਸਾਨ ਅੰਦੋਲਨ ਦਾ ਅੱਜ 33ਵਾਂ ਦਿਨ ਹੈ ਤੇ ਹਰ ਗੁਜ਼ਰਦੇ ਦਿਨ ਨਾਲ ਕਿਸਾਨ ਆਪਣਾ ਸੰਘਰਸ਼ ਹੋਰ ਤਿੱਖਾ ਕਰਦੇ ਜਾ ਰਹੇ ਨੇ। ਤੇ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨੂੰ 29 ਦਸੰਬਰ ਨੂੰ ਮੀਟਿੰਗ ਦਾ ਕਿਹਾ ਸੀ, ਪਰ ਹੁਣ ਕੇਂਦਰ ਸਰਕਾਰ ਨੇ 29 ਦੀ ਥਾਂ ਤਰੀਕ ਵਧਾ ਕੇ 30 ਕਰ ਦਿੱਤੀ ਹੈ। ਪਹਿਲਾਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਚਿੱਠੀ ਦਾ, ਪਰ ਚਿੱਠੀ ਆ ਚੁੱਕੀ ਹੈ। ਉਗਰਾਹਾਂ ਹੋਣੀ ਵੀ ਮੌਜੂਦ ਹੈਗੇ ਨੇ, ਗੱਲਬਾਤ ਕਰਾਂਗੇ। ਉਗਰਾਹਾਂ ਸਾਹਿਬ ਚਿੱਠੀ ਆ ਗਈ ਹੈ, 30 ਤਰੀਕ ਲਿਖ ਕੇ ਭੇਜ ਦਿੱਤੀ। 30 ਤਰੀਕ ਨੂੰ 2 ਵਜੇ ਸਾਨੂੰ ਚਿੱਠੀ ਦਾ ਪਤਾ ਲੱਗਿਆ, ਉਹ ਆ ਗਈ ਚਿੱਠੀ। ਅਸੀਂ ਇਹਦਾ ਪੜ੍ਹ ਕੇ ਵਿਚਾਰ ਕੇ ਦੱਸਾਂਗੇ ਵੀ। ਪਰ ਦੇਖੋ ਇਹ ਵੀ ਆਪਾਂ ਗਏ ਸੀ ਨਾ, ਪਹਿਲਾਂ ਕਹਿੰਦੇ ਸੀ ਕਿਸਾਨ ਤਰੀਕ ਦੱਸੋ, ਕਿਸਾਨਾਂ ਦੀ ਤਰੀਕ ਦੱਸਦੀ ਸੀਗੀ। ਹੁਣ 30 ਤਰੀਕ ਨੂੰ ਟਰੈਕਟਰ ਮਾਰਚ ਰੱਖਿਆ ਹੋਇਆ ਸੀ ਤਾਂ ਇਹਨਾਂ ਨੇ ਕਿਸਾਨਾਂ ਨੂੰ 30 ਤਰੀਕ ਨੂੰ ਬੁਲਾ ਲਿਆ। ਟਰੈਕਟਰ ਮਾਰਚ ਵੀ ਹੋ ਜਾਊਗਾ 30 ਤਰੀਕ, ਅਸੀਂ 30 ਦਾ 31 ਕਰ ਲਾਂਗੇ। ਇਹ ਤਾਂ ਫਰਕ ਪਾਲਾਂਗੇ। ਕੱਲ ਨੂੰ ਵਿਚਾਰਨ ਵਾਲੀ ਗੱਲ ਹੈਗੀ। ਚਿੱਠੀ ਦੇ ਵੀ 30 ਦਿੱਤੀ ਉਹਨਾਂ ਨੇ। ਪਹਿਲਾਂ ਅਸੀਂ ਤਾਂ 29 ਦਿੱਤੀ ਸੀ, ਉਹਨਾਂ ਨੇ 30 ਦਿੱਤੀ। ਵਿਗਿਆਨ ਭਵਨ ਦੇ ਤਾਂ ਉਹਨੇ ਥਾਂ ਵੀ ਆਪੀ ਦਿੱਤਾ, ਡੇਟ ਵੀ ਆਪੀ ਦਿੱਤੀ। ਪਹਿਲਾਂ ਕਹਿੰਦੇ ਥਾਂ ਵੀ ਤੁਸੀਂ ਦਿਓ, ਡੇਟ ਵੀ ਤੁਸੀਂ। ਜੇ ਸਭ ਕੁਝ ਆਪ ਹੀ ਕਰਨਾ ਸੀ ਤਾਂ ਪਹਿਲਾਂ ਹੀ ਆਪ ਕਰ ਦਿੰਦੇ। ਹਾਂ ਚਲੋ ਦੇਖ ਲਾਂਗੇ, ਬਾਅਦ ਚ ਕਰ ਲਾਂਗੇ। ਉਗਰਾਹਾਂ ਸਾਹਿਬ ਅੱਜ ਕਹਿੰਦੇ ਚਿੱਠੀ ਲਿਖਿਆ, ਕਹਿੰਦੇ ਖੁੱਲੇ ਮਨ ਨਾਲ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹੈਗੇ ਆ। ਹਰ ਵਾਰ ਕਹਿੰਦੇ ਨੇ, ਕਹਿੰਦੇ ਨਹੀਂ ਮਨ ਭਾਵੇਂ ਬੰਦ ਕਰ ਰੱਖ ਲਓ, ਕਾਨੂੰਨ ਰੱਦ ਕਰ। ਮਨ ਭਾਵੇਂ ਬੰਦ ਰੱਖ ਲਓ ਪਰ ਕਾਨੂੰਨ ਰੱਦ ਕਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦਿੱਲੀ ਮੈਟਰੋ ਦੀ ਮਜੈਂਟਾ ਲਾਈਨ ਤੇ ਭਾਰਤ ਦੀ ਪਹਿਲੀ ਚਾਲਕ ਰਹਿਤ ਮੈਟਰੋ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਮੈਟਰੋ ਸੇਵਾ ਸਾਲ 2025 ਤੱਕ 1700 ਕਿਲੋਮੀਟਰ ਨੈਟਵਰਕ ਨਾਲ ਮੁਲਕ ਦੇ 25 ਸ਼ਹਿਰਾਂ ਤੱਕ ਵਧਾਈ ਜਾਵੇਗੀ। ਇਸ ਦੇ ਨਾਲ ਹੀ 에ਅਰਪੋਰਟ ਐਕਸਪ੍ਰੈਸ ਲਾਈਨ ਤੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਸੇਵਾ ਵੀ ਸ਼ੁਰੂ ਕੀਤੀ ਗਈ। ਸਰਕਾਰ ਦਾ ਕਹਿਣਾ ਹੈ ਕਿ ਚਾਲਕ ਰਹਿਤ ਰੇਲ ਗੱਡੀਆਂ ਪੂਰੀ ਤਰ੍ਹਾਂ ਆਟੋਮੇਟਿਡ ਹੋਣਗੀਆਂ। ਉਹਨਾਂ ਦੱਸਿਆ ਕਿ 2021 ਦੇ ਮੱਧ ਤੱਕ ਪਿੰਕ ਲਾਈਨ ਤੇ ਮਜਲਿਸ ਪਾਰਕ ਤੇ ਸ਼ਿਵ ਵਿਹਾਰ ਵਿਚਾਲੇ ਚਾਲਕ ਰਹਿਤ ਮੈਟਰੋ ਸੇਵਾ ਸ਼ੁਰੂ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਨਵੀਂ ਸੋਚ ਨਾਲ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਦੇ ਹੋਰਾਂ ਸ਼ਹਿਰਾਂ ਦੇ ਲੋਕਾਂ ਲਈ ਖੁਸ਼ਹਾਲ ਟਰਾਂਸਪੋਰਟ ਤੇ ਅਨੁਕੂਲ ਆਵਾਜਾਈ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। मुझे आज से लगभग 3 साल पहले मैजेंटा लाइन के उद्घाटन का सौभाग्य मिला था। आज फिर इसी रूट पर देश की पहली पूरी तरह से ऑटोमेटेड मेट्रो, जिसको हम बोलचाल की भाषा में ड्राइवरलेस मेट्रो भी कहते हैं, इसका उद्घाटन करने का अवसर मिला। ये दिखाता है कि भारत कितनी तेजी से स्मार्ट सिस्टम की तरफ आगे बढ़ रहा है। आज नेशनल कॉमन मोबिलिटी कार्ड, इससे भी दिल्ली मेट्रो जुड़ रही है। पिछले साल अहमदाबाद से इसकी शुरुआत हुई थी। आज इसका विस्तार दिल्ली मेट्रो की एयरपोर्ट एक्सप्रेस लाइन में हो रहा है। आज का यह आयोजन अर्बन डेवलपमेंट को
अर्बन रेडी और फ्यूचर रेडी करने का प्रयास है। साथियों, भविष्य की जरूरतों के लिए देश को आज तैयार करना, आज काम करना, ये ਗਵਰਨੈਂਸ का अहम दायित्व है। ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਵਿਚਾਲੇ ਕਿਸਾਨਾਂ ਦਾ ਗੁੱਸਾ ਜੀਓ ਦੇ ਟਾਵਰਾਂ ਤੇ ਉਤਰ ਰਿਹਾ ਹੈ। ਪੰਜਾਬ 'ਚ ਪਿਛਲੇ 2 ਮਹੀਨਿਆਂ ਦੌਰਾਨ 1400 ਤੋਂ ਵੱਧ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਅੱਜ ਮਮਦੋਟ ਦੇ ਪਿੰਡ ਟਿੱਬੀ ਕਲਾਂ ਵਿਖੇ ਜੀਓ ਦਾ ਟਾਵਰ ਚਾਲੂ ਕਰਨ ਵਾਲੀ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੌਕੇ ਤੇ ਮੌਜੂਦ ਪੁਲਿਸ ਵੀ ਕਿਸਾਨਾਂ ਦਾ ਗੁੱਸਾ ਸ਼ਾਂਤ ਨਹੀਂ ਕਰ ਸਕੇ, ਜਿਸ ਮਗਰੋਂ ਜੀਓ ਟੀਮ ਨੂੰ ਉਲਟੇ ਪੈਰ ਵਾਪਸ ਮੁੜਨਾ ਪਿਆ। ਉਧਰ ਤਰਨਤਾਰਨ ਦੇ ਪਿੰਡ ਫਤਿਆਬਾਦ ਵਿਖੇ ਵੀ ਜੀਓ ਟਾਵਰ ਦੀ ਸਪਲਾਈ ਕਿਸਾਨਾਂ ਵੱਲੋਂ ਕੱਟ ਦਿੱਤੀ ਗਈ। ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵਪਾਰਕ ਘਰਾਣਿਆਂ ਤੇ ਦਬਾਅ ਪਾਉਣ ਲਈ ਜੀਓ ਦੇ ਟਾਵਰ ਵੀ ਬੰਦ ਕੀਤੇ ਜਾ ਰਹੇ ਨੇ। ਅੱਜ ਮਮਦੋਟ ਵਿਖੇ ਪੁਲਿਸ ਦੀ ਮਦਦ ਨਾਲ ਜੀਓ ਟਾਵਰ ਨੂੰ ਦੁਬਾਰਾ ਚਾਲੂ ਕਰਨ ਤੇ ਪਿੰਡ ਟਿੱਬੀ ਕਲਾਂ ਪਹੁੰਚੀ ਰਿਲਾਇੰਸ ਦੀ ਟੀਮ ਨੂੰ ਪਿੰਡ ਵਾਸੀਆਂ ਨੇ ਘੇਰ ਲਿਆ। ਜਿਵੇਂ ਹੀ ਰਿਲਾਇੰਸ ਦੀ ਟੀਮ ਅਤੇ ਪੁਲਿਸ ਦੇ ਪਹੁੰਚਣ ਦੀ ਪਿੰਡ ਵਾਸੀਆਂ ਨੂੰ ਭਿਣਕ ਪਈ ਤਾਂ ਤੁਰੰਤ ਹੀ ਗੁਰਦੁਆਰਾ ਸਾਹਿਬ ਦੇ ਸਪੀਕਰ ਵਿੱਚ ਲੋਕਾਂ ਨੂੰ ਇਕੱਠਾ ਹੋਣ ਦੀ ਆਵਾਜ਼ ਦਿੱਤੀ ਗਈ। ਮਿੰਟਾਂ ਦੇ ਵਿੱਚ ਹੀ 3-4 ਨੇੜਲੇ ਪਿੰਡਾਂ ਸਮੇਤ 200 ਤੋਂ 250 ਦੇ ਕਰੀਬ ਲੋਕ ਇਕੱਠੇ ਹੋ ਗਏ ਅਤੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਵੇਖ ਜੀਓ ਦੀ ਟੀਮ ਤੇ ਪੁਲਿਸ ਨੂੰ ਉਲਟੇ ਪੈਰ ਵਾਪਸ ਮੁੜਨਾ ਪਿਆ। ਇੱਥੇ ਇਕੱਠੇ ਹੋਏ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਜੀਓ ਦੇ ਟਾਵਰ ਵੀ ਨਹੀਂ ਚੱਲਣ ਦਿੱਤੇ ਜਾਣਗੇ। ਬੇਨਤੀ ਦਾਸ ਗੁਰਦੁਆਰਾ ਸਾਹਿਬ ਟਿੱਬੀ ਕਲਾਂ ਸੇਵਾ ਕਰਦਾ ਜੀ। ਸੋ ਇੱਥੇ ਅੱਜ ਸੰਗਤ ਦਾ ਹੁਕਮ ਹੋਇਆ ਵੀ ਦਾਸ ਨੂੰ ਫੋਨ ਆਇਆ ਵੀ ਇੱਥੇ ਜੀਓ ਟਾਵਰ ਚਲਾਉਣ ਵਾਸਤੇ ਆ ਰਹੇ, ਪੁਲਿਸ ਪਾਰਟੀ ਨਾਲ ਲੈ ਕੇ ਜੀਓ ਦੇ ਇੰਜੀਨੀਅਰ, ਤੇ ਦਾਸ ਨੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਆਵਾਜ਼ ਦਿੱਤੀ। ਸੋ 5-7 ਮਿੰਟਾਂ ਦੇ ਵਿੱਚ ਹੀ ਸਾਰੀ ਸੰਗਤ ਨਗਰ ਦੀ ਅਤੇ ਹੋਰ ਵੀ ਜਿੱਥੋਂ ਤੱਕ ਨਿਆਲ ਦੇ ਨਗਰਾਂ ਤੱਕ ਆਵਾਜ਼ ਗਈ ਹੈ, ਸਾਰੀ ਸੰਗਤ ਸਭ ਆਪੋ ਆਪਣੇ ਕੰਮਕਾਰ ਤਿਆਗ ਕੇ ਤੇ 5-7 ਮਿੰਟਾਂ ਦੇ ਵਿੱਚ ਹੀ ਪਹੁੰਚ ਗਏ ਤੇ ਉਹਨਾਂ ਨੂੰ ਬਰੰਗ ਮੋੜਿਆ ਗਿਆ। ਜੀਓ ਟਾਵਰ ਨਹੀਂ ਚਲਾਉਣ ਦਿੱਤਾ ਗਿਆ। ਉਹਨਾਂ ਚਿਰ ਨਹੀਂ ਚਲਾਉਣ ਦਿੱਤਾ ਜਾਏਗਾ। ਇਹ ਦਾਸ ਵੀ ਸੰਗਤਾਂ ਦੇ ਨਾਲ ਹੈ। ਜਿੰਨਾ ਚਿਰ ਕਾਲੇ ਕਾਨੂੰਨ ਮੋਦੀ ਦੇ ਵਾਪਸ ਨਹੀਂ ਹੋਣਗੇ, ਚਾਹੇ ਜੋ ਮਰਜ਼ੀ ਹੋ ਜੇ, ਸਾਡੀ ਬੇਨਤੀ ਹੈ ਸਰਕਾਰ ਨੂੰ, ਸੈਂਟਰ ਸਰਕਾਰ ਨੂੰ, ਇਹ ਜਿਹੜੇ ਕਾਲੇ ਕਾਨੂੰਨ ਨੇ ਵਾਪਸ ਕੀਤੇ ਜਾਣ। ਇੱਥੇ ਵੇਖਿਆ ਅਸੀਂ ਪਿੰਡ 'ਚ ਆਣ ਕੇ ਬਹੁਤ ਗਰਮ ਮਾਹੌਲ ਸੀ। ਅਸੀਂ ਸਿੱਧੇ ਇੱਥੇ ਆ ਗਏ। ਇੱਥੇ ਸੰਗਤ ਬਹੁਤ ਜੁੜੀ ਸੀ। ਅਸੀਂ ਆਣ ਕੇ ਉਹਨਾਂ ਦੇ ਆਏ ਸੀ ਕਰਮਚਾਰੀ ਆਪਣੇ ਉਹ ਲਾਉਣ ਲਈ ਟਾਵਰ 'ਤੇ। ਅਸੀਂ ਵਿਰੋਧ ਕੀਤਾ ਵੀ ਜਿੰਨਾ ਜੇ ਕਾਲੇ ਕਾਨੂੰਨ ਨਹੀਂ ਮੁੜ ਸਕਦੇ ਉਹਨਾਂ ਚਿਰ ਅਸੀਂ ਨਹੀਂ ਇਹ ਜੀਓ ਦਾ ਨਹੀਂ ਚੱਲਣ ਦਿਆਂਗੇ, ਭਾਵੇਂ ਕੁਛ ਹੋ ਜਾਏ। ਇਸੇ ਕਰਕੇ ਫਿਰ ਵਿਰੋਧ ਕਰਨ ਦੇ ਬਾਅਦ ਫਿਰ ਅਸੀਂ ਉਹਨਾਂ ਨੂੰ ਮੁੜ ਦਿੱਤਾ। ਉਹਨਾਂ ਨੂੰ ਬਸ ਨਹੀਂ ਜੇ ਟਾਵਰ ਨਹੀਂ ਜਾਊ ਬੰਦ ਨਹੀਂ ਚੱਲਣ ਦਿੱਤਾ, ਨਾ ਹੀ ਚੱਲਣ ਦੇਣਾ। ਅਸਾਂ ਜਿੰਨਾ ਚਿਰ ਮੋਦੀ ਸਾਡੇ ਕਾਨੂੰਨ ਕਾਲੇ ਨਹੀਂ ਮੋੜਦਾ, ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦਾ, ਉਹਨਾਂ ਚਿਰ ਟਾਵਰ ਨਹੀਂ ਚੱਲਣ ਦਿਆਂਗੇ। ਉਧਰ ਤਰਨਤਾਰਨ ਦੇ ਪਿੰਡ ਫਤਿਆਬਾਦ ਵਿਖੇ ਕਿਸਾਨਾਂ ਨੇ ਜੀਓ ਟਾਵਰ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਅੰਬਾਨੀ ਤੇ ਅਡਾਨੀ ਦੇ ਦਬਾਅ ਹੇਠ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨ ਬਣਾਏ ਗਏ ਨੇ। ਇਸ ਲਈ ਜਿੰਨੀ ਦੇਰ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਅਡਾਨੀ ਤੇ ਅੰਬਾਨੀ ਨੂੰ ਪੰਜਾਬ ਵਿੱਚ ਵਪਾਰ ਨਹੀਂ ਕਰਨ ਦਿੱਤਾ ਜਾਵੇਗਾ। ਅਸੀਂ ਚਾਹੁੰਦੇ ਹਾਂ ਜੀ ਜਿਹੜੇ ਕਾਲੇ ਅੰਗਰੇਜ਼ ਆ, ਅਡਾਨੀ ਬਾਨੀ, ਇਹਨਾਂ ਨੂੰ ਇਥੋਂ ਦੇਸ਼ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਅਸੀਂ ਸਾਰੇ ਪੰਜਾਬ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਇਹਨਾਂ ਦਾ ਬਾਈਕਾਟ ਕਰੋ। ਜੋ ਵੀ ਇਹਨਾਂ ਦੇ ਪ੍ਰੋਡਕਟ ਆ, ਭਾਵੇਂ ਉਹ ਜੀਓ ਸਿਮ ਆ, ਭਾਵੇਂ ਫਾਰਚੂਨਰ ਤੇਲ, ਜਿੰਨੇ ਵੀ ਹੈਗੇ ਆ 35-40 ਪ੍ਰੋਡਕਟ ਸਾਰੇ ਇਹਨਾਂ ਦੀਆਂ ਲੈਣਾ, ਇਹਨਾਂ ਦਾ ਬਾਈਕਾਟ ਕਰੋ। ਇਹਨਾਂ ਦੀ ਕੋਈ ਚੀਜ਼ ਨਾ ਖਰੀਦੋ ਤਾਂ ਕਿ ਇਹਨਾਂ ਕਾਲੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਿਆ ਜਾਵੇ। ਤਾਂ ਅਸੀਂ ਚਾਹੁੰਦੇ ਨਹੀਂ ਵੀ ਇਹਨਾਂ ਦੇ ਟਾਵਰ, ਪਰ ਫਿਰ ਵੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਟਾਵਰ ਇਹਨਾਂ ਦੇ ਘੱਟ ਕੱਟੇ ਜਾਣ। ਇਹਨਾਂ ਦੀਆਂ ਜਿਹੜੀਆਂ ਸਿਮਾਂ ਵਾ ਉਹ ਡਿਪੋਰਟ ਕੀਤੀਆਂ ਜਾਣ ਦੂਜੀਆਂ ਕੰਪਨੀਆਂ 'ਚ, ਤਾਂ ਕਿ ਮੁੜ ਕੇ ਸਰਕਾਰ ਕੋਈ ਕਲੇਮ ਨਾ ਲੈਣ, ਇਹਨਾਂ ਨੂੰ ਕੋਈ ਫਾਇਦਾ ਨਾ ਹੋਵੇ। ਇਹਨਾਂ ਦੀ ਸਗੋਂ 2-4% ਸੀਮਾਂ ਚੱਲਦੀਆਂ ਰਹਿਣ ਤਾਂ ਕਿ ਇਹਨਾਂ ਨੂੰ ਖਰਚ ਵੀ ਕਰਨਾ ਪਵੇ ਤੇ ਟਾਵਰ ਵੀ ਚਲਾਉਣੇ ਪੈਣ ਤੇ ਤਨਖਾਹ ਵੀ ਦੇਣੀ ਪਵੇ। ਇਹ ਕਰਕੇ ਅਸੀਂ ਬੇਨਤੀ ਵੀ ਕਰਦੇ ਹਾਂ ਨਾ ਭਰਾਵਾਂ ਨੂੰ ਵੀ ਇਹਨਾਂ ਨੂੰ ਦਬਕਾ ਵੱਜ ਗਿਆ ਵਾ। ਅਸੀਂ ਸਾਰੇ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਬੇਨਤੀ ਕਰ ਰਹੇ ਹਾਂ ਵੀ ਆਪਣੀਆਂ ਹਫ਼ਤੇ ਦੇ ਅੰਦਰ ਸਾਰੀਆਂ ਇਹਨੇ ਸਿਮਾਂ ਦੂਜੀਆਂ ਕੰਪਨੀਆਂ 'ਚ ਲੈ ਜਾਓ। ਇਹਨਾਂ ਕੁਝ ਕਹਿੰਦੇ ਸਿਮਾਂ ਦਾ ਜੱਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਦਈਏ ਕਿ ਪੰਜਾਬ ਵਿੱਚ ਹੁਣ ਤੱਕ ਜੀਓ ਦੇ 1411 ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਕਿਸਾਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰ ਚੁੱਕੇ ਨੇ, ਪਰ ਉਸ ਦਾ ਕੋਈ ਖਾਸ ਅਸਰ ਨਹੀਂ ਹੋਇਆ। ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ 176 ਤੋਂ ਵੱਧ ਦੂਰ ਸੰਚਾਰ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ। ਜਲੰਧਰ ਦੇ ਲੰਬਾ ਪਿੰਡ ਚੌਕ 'ਚ ਕਿਸਾਨ ਜਥੇਬੰਦੀਆਂ ਨੇ ਰਿਲਾਇੰਸ ਜੀਓ ਦੇ ਕਈ ਟਾਵਰ ਬੰਦ ਕੀਤੇ।
ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਰੋਸ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਪੁਲਿਸ ਦੀ ਵੱਡੀ ਗਿਣਤੀ 'ਚ ਤੈਨਾਤੀ ਰਹੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਅਡਾਨੀ ਤੇ ਅੰਬਾਨੀ ਦੇ ਇਸ਼ਾਰੇ ਤੇ ਕੇਂਦਰ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨ ਲਿਆਂਦੇ ਗਏ ਨੇ। ਇਹਨਾਂ ਕਾਨੂੰਨਾਂ ਰਾਹੀਂ ਵਪਾਰਕ ਘਰਾਣੇ ਉਹਨਾਂ ਦੀਆਂ ਜ਼ਮੀਨਾਂ ਤੇ ਨਜ਼ਰ ਰੱਖ ਰਹੇ ਨੇ। ਕਿਸਾਨ ਆਗੂਆਂ ਨੇ ਕਿਹਾ ਕਿ ਕੰਪਨੀਆਂ ਦੀ ਧੱਕੇਸ਼ਾਹੀ ਪੰਜਾਬ 'ਚ ਨਹੀਂ ਚੱਲਣ ਦਿੱਤੀ ਜਾਵੇਗੀ। ਉਹਨਾਂ ਨੂੰ ਚਾਹੇ ਆਪਣੀ ਜਾਨ ਦੇਣੀ ਪੈ ਜਾਵੇ, ਪਰ ਹੁਣ ਉਹ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਰਹਿਣਗੇ। ਅੱਜ ਸਾਡੇ ਆ ਟਾਵਰ ਲੰਮਾ ਪਿੰਡ ਚੌਂਕ ਦੇ ਵਿੱਚ 2-3 ਟਾਵਰ ਬੰਦ ਕਰਾਏ ਆ, ਜਿਹੜਾ ਪ੍ਰਸ਼ਾਸਨ ਨੇ ਵੀ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਵੀ ਨਹੀਂ ਚਲਾਵਾਂਗੇ, ਕਿਉਂਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਪਲੱਸ 4 ਮਹੀਨੇ ਤੋਂ ਚੱਲ ਰਿਹਾ। ਅੱਜ ਵੀ ਅਸੀਂ ਚਾਹੁੰਦੇ ਹਾਂ ਪੂਰੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਸ਼ਾਂਤੀ ਭੰਗ ਨਾ ਹੋਵੇ, ਪਰ ਜੋ ਸਾਡੇ ਖਿਲਾਫ ਕਾਲੇ ਕਾਨੂੰਨ ਅਡਾਨੀ ਤੇ ਅੰਬਾਨੀ ਨੇ ਲਿਆਂਦੇ ਆ, ਇਹਨਾਂ ਲੋਕਾਂ ਨੂੰ ਫਾਇਦੇ ਪਹੁੰਚਾਉਣ ਵਾਸਤੇ ਅਸੀਂ ਇਹਨਾਂ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਦੇ ਵਿੱਚ ਐਂਟਰੀ ਨਹੀਂ ਕਰਨ ਦਿਆਂਗੇ। ਕਿਉਂਕਿ ਜੇ ਇਹ ਲੋਕ ਇਹ ਮਕਸਦ ਦੇ ਨਾਲ ਲੜਾਈ ਲੜ ਰਹੇ ਨੇ ਵੇਖਣ ਨਹੀਂ ਅਸੀਂ ਪੰਜਾਬ ਦੇ ਵਿੱਚ ਆਣ ਕੇ ਇਹਨਾਂ ਦੀਆਂ ਜ਼ਮੀਨਾਂ ਦੇ ਕਾਬਜ਼ ਹੋ ਜਾਵਾਂਗੇ। ਉਸ ਤੋਂ ਪਹਿਲਾਂ ਅਸੀਂ ਮੈਸੇਜ ਦੇਣ ਆਏ ਆ ਵੀ ਤੁਸੀਂ ਕਾਲੇ ਕਾਨੂੰਨ ਸਾਡੇ ਖਿਲਾਫ ਲਿਆ ਕੇ ਸਾਡੀਆਂ ਜ਼ਮੀਨਾਂ ਦੇ ਕਾਬਜ਼ ਕਰਨ ਵਾਲੇ ਨਹੀਂ ਹੋ ਸਕਦੇ। ਅਸੀਂ ਉਦੋਂ ਪਹਿਲਾਂ ਤੁਹਾਡੇ ਕਾਰੋਬਾਰ ਬੰਦ ਕਰ ਚੱਲੇ ਆ। ਤੁਸੀਂ ਜੇ ਮਾਰਾ ਦੁੱਧ ਪੀਤਾ ਆ ਤੇ ਚਲਾ ਕੇ ਦਿਖਾ ਲਿਓ, ਜੋ ਮਰਜ਼ੀ ਸਾਡੇ ਖਿਲਾਫ ਸਰਕਾਰਾਂ ਕਰ ਲੈਣ, ਅਸੀਂ ਮਰਦਾ ਜਾਵਾਂਗੇ। ਅਸੀਂ ਇਹਨਾਂ ਦਾ ਪੰਜਾਬ ਦੇ ਵਿੱਚ ਉਹਨਾਂ ਚਿਰ ਕੋਈ ਕਾਰੋਬਾਰ ਨਹੀਂ ਚੱਲਣ ਦਿਆਂਗੇ ਜਿੰਨਾ ਚਿਰ ਕਾਲੇ ਕਾਨੂੰਨ ਇਹ ਸਰਕਾਰ ਸਾਡੇ ਖਿਲਾਫ ਜਿਹੜੇ ਆ ਉਹ ਰੱਦ ਨਹੀਂ ਕਰ ਦਿੰਦੀ। ਪੰਜਾਬ ਤੋਂ ਬਾਅਦ ਹਰਿਆਣਾ 'ਚ ਵੀ ਕਿਸਾਨਾਂ ਨੇ ਸਾਰੇ ਟੋਲ ਪਲਾਜ਼ਾ ਮੁਫਤ ਕਰ ਦਿੱਤੇ ਨੇ। ਹੁਣ ਕਿਸਾਨਾਂ ਨੇ ਜੀਂਦ ਦੇ ਖਟਕੜ ਟੋਲ ਪਲਾਜ਼ਾ ਤੇ ਵੀ ਕਿਸਾਨੀ ਝੰਡਾ ਲਹਿਰਾ ਦਿੱਤਾ ਹੈ। ਇੱਥੋਂ ਮੁਫਤ ਗੱਡੀਆਂ ਲੰਘਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਕਿਸਾਨਾਂ ਨੇ ਇਸ ਟੋਲ ਪਲਾਜ਼ਾ ਤੇ ਫਾਸਟੈਗ ਦੇ ਸੈਂਸਰ ਵੀ ਬੰਦ ਕਰਵਾ ਦਿੱਤੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਟੋਲ ਕੰਪਨੀਆਂ ਨੂੰ ਵੀ ਟੈਕਸ ਵਸੂਲਣ ਨਹੀਂ ਦਿੱਤਾ ਜਾਵੇਗਾ। ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਤੇਜ਼ੀ ਨਾਲ ਪੂਰੇ ਦੇਸ਼ ਵਿੱਚ ਫੈਲਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਨਾਲ ਹੀ ਵਪਾਰਕ ਘਰਾਣਿਆਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਟੋਲ ਪਲਾਜ਼ਾ ਫ੍ਰੀ ਕੀਤੇ ਜਾ ਰਹੇ ਨੇ। ਹੁਣ ਹਰਿਆਣਾ ਦੇ ਜੀਂਦ ਵਿੱਚ ਕਿਸਾਨਾਂ ਨੇ ਖਟਕੜ ਟੋਲ ਪਲਾਜ਼ਾ ਉੱਤੇ ਆਪਣਾ ਝੰਡਾ ਲਹਿਰਾ ਦਿੱਤਾ ਹੈ। ਇਸ ਟੋਲ ਪਲਾਜ਼ਾ ਤੋਂ ਹੁਣ ਸਾਰੀਆਂ ਗੱਡੀਆਂ ਮੁਫਤ ਕੱਢੀਆਂ ਜਾ ਰਹੀਆਂ ਨੇ। ਕਿਸਾਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਾਹਨਾਂ ਦਾ ਟੋਲ ਟੈਕਸ ਫਾਸਟੈਗ ਰਾਹੀਂ ਕੱਟਿਆ ਜਾ ਰਿਹਾ ਹੈ। ਇਸ ਮਗਰੋਂ ਕਿਸਾਨਾਂ ਨੇ ਫਾਸਟੈਗ ਦੇ ਸੈਂਸਰ ਵੀ ਬੰਦ ਕਰਵਾ ਦਿੱਤੇ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਉਨੀ ਦੇਰ ਤੱਕ ਟੋਲ ਕੰਪਨੀਆਂ ਨੂੰ ਵੀ ਟੈਕਸ ਵਸੂਲਣ ਨਹੀਂ ਦਿੱਤਾ ਜਾਵੇਗਾ। जब तक हमारा किसान आंदोलन जारी रहेगा तब तक ये खटखड़ वाला टोल बिल्कुल सभी के लिए फ्री रहेगा। और ये पहले बंद करवा दिया था हमने टोल, उस टाइम में इनके सेंसर वगैरह चल रहे थे, फास्टैग वाले के पैसे कटते थे। हमें पता लगा ये गाड़ी वाले के पैसे कट गए थे। हमने दोबारा इनको कह के ये बंद करा, बिल्कुल पहले भी फ्री करा था। और ये भी इनके सेंसर नहीं चलेंगे, चलावेंगे तो हम इनको चलने नहीं देंगे। टोल बिल्कुल फ्री रहेगा जी अपना जब तक इंसान आंदोलन। टोल को पूरी तरह वो फ्री कर दिया हमने। जो सेंसर लगे हुए हैं फास्टैग के वो भी बिल्कुल बंद कर दिए गए हैं। हम नागरिक और किसानों के लिए टोल को बिल्कुल फ्री कर दिया गया है और जब तक किसान चाहेंगे टोल को हम फ्री रखेंगे। ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਅੰਬਾਨੀ ਤੇ ਅਡਾਨੀ ਦੇ ਨਾਲ ਹੀ ਬਾਬਾ ਰਾਮਦੇਵ ਦੇ ਪ੍ਰੋਡਕਟਾਂ ਦਾ ਵੀ ਬਾਈਕਾਟ ਕੀਤਾ ਜਾ ਰਿਹਾ ਹੈ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਵਪਾਰਕ ਅਦਾਰਿਆਂ ਦੀਆਂ ਵਸਤੂਆਂ ਨਾ ਖਰੀਦਣ। ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਇਹ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਾ ਹੈ, ਇਸ ਲਈ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਹੀ ਪਵੇਗਾ। ये आम जन का आंदोलन बन चुका है, अब किसान का आंदोलन नहीं रहा है। अगर किसान का आंदोलन रहेगा परिणाम तो सभी ने भुगतने पड़ेंगे। इसीलिए ये जन आंदोलन बन चुका है और सारे भारत में इसकी जड़ें बहुत गहराई तक फैल चुकी हैं। रामदेव का जितने प्रोडक्ट्स हैं नहीं उनका भी सामाजिक बहिष्कार कर दिया। ये तो बाबा की आर्ट में अपने व्यापारी बन रहा है जी, ये ठग है। मतलब सारे प्रोडक्ट बनावे, सारी दुकानदार सारे व्यापारियों का भट्ठा बिछा दिया इन्होंने, उसका भी बहिष्कार है। और जियो के जितने सिम है जी वह भी सारे पोर्ट हो गए, कुछ हो जाएंगे। और रिलायंस के पेट्रोल पंपा का भी बहिष्कार है जी, उससे तेल निकलवाएंगे जी। और जी हम तो यही गुजारिश करते हैं आपके माध्यम से, सरकार ने जो किसानों की जायज मांग है ये मान लेनी चाहिए, ताकि किसान अपना घर मेहनत करे, खेती बाड़ी को संभाले, देश का जो भंडार है अनाज का उसको भरने का काम करेंगे और शांति से अपने अमन चैन का माहौल बने अपने सारे देश में। ਦੱਸ ਦਈਏ ਕਿ ਪੰਜਾਬ ਵਿੱਚ ਕਰੀਬ 3 ਮਹੀਨਿਆਂ ਤੋਂ ਸਾਰੇ ਟੋਲ ਪਲਾਜ਼ਾ ਮੁਫਤ ਕਰ ਦਿੱਤੇ ਗਏ ਸਨ ਅਤੇ ਹੁਣ ਹਰਿਆਣਾ ਦੇ ਟੋਲ ਪਲਾਜ਼ਿਆਂ ਉੱਤੇ ਵੀ ਕਿਸਾਨਾਂ ਨੇ ਕਬਜ਼ਾ ਜਮਾ ਲਿਆ ਹੈ।
ਇਸ ਨਾਲ ਸਰਕਾਰ ਤੇ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਚਾਹੇ ਨੁਕਸਾਨ ਹੋਵੇ, ਪਰ ਆਮ ਲੋਕ ਇਸ ਦਾ ਫਾਇਦਾ ਚੁੱਕ ਰਹੇ ਨੇ ਅਤੇ ਉਹਨਾਂ ਨੂੰ ਵੀ ਕਿਤੇ ਵੀ ਟੋਲ ਟੈਕਸ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ। ਕਿਸਾਨੀ ਸੰਘਰਸ਼ 'ਚ ਬਰਨਾਲਾ ਦਾ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਏ। ਪਿੰਡ ਗੁਰਮ ਦੇ ਰਹਿਣ ਵਾਲੇ ਕਿਸਾਨ ਸੁਖਦੇਵ ਸਿੰਘ ਦੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਬਾਹਰ ਚੱਲ ਰਹੇ ਧਰਨੇ ਦੌਰਾਨ ਮੌਤ ਹੋ ਗਈ। ਸੁਖਦੇਵ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਤੋਂ ਬਾਅਦ ਸਾਥੀ ਕਿਸਾਨ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੁਣ ਕਿਸਾਨ ਆਗੂਆਂ ਵੱਲੋਂ ਮ੍ਰਿਤਕ ਦੇ ਪਰਿਵਾਰ ਲਈ ਮੁਆਵਜ਼ੇ, ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੇ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਬਰਨਾਲਾ ਵਿਖੇ ਇੱਕ ਹੋਰ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦਾ ਨਾਮ ਸੁਖਦੇਵ ਸਿੰਘ ਹੈ, ਜੋ ਕਿ ਪਿੰਡ ਗੁਰਮ ਦਾ ਰਹਿਣ ਵਾਲਾ ਸੀ। ਕਿਸਾਨ ਆਗੂਆਂ ਮੁਤਾਬਕ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਦੇ ਬਾਹਰ ਉਹਨਾਂ ਦਾ ਧਰਨਾ ਚੱਲ ਰਿਹਾ ਹੈ। ਦਿੱਲੀ ਵਿਖੇ ਉਹਨਾਂ ਦੇ ਆਗੂਆਂ ਦੇ ਸੱਦੇ ਉੱਤੇ ਭਾਜਪਾ ਪ੍ਰਧਾਨ ਦੇ ਘਰ ਦੇ ਨੇੜੇ ਹੀ ਬੈਠਕ ਕੀਤੀ ਜਾ ਰਹੀ ਸੀ। ਇਸ ਬੈਠਕ ਦੌਰਾਨ ਹੀ ਅਚਾਨਕ ਸੁਖਦੇਵ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ। ਸਾਥੀ ਕਿਸਾਨ ਉਸ ਨੂੰ ਲੈ ਕੇ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਸੁਖਦੇਵ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੱਸ ਦਈਏ ਕਿ ਸੁਖਦੇਵ ਸਿੰਘ ਇਸ ਕਿਸਾਨੀ ਘੋਲ ਵਿੱਚ ਲਗਾਤਾਰ ਸ਼ਾਮਿਲ ਹੋ ਰਿਹਾ ਸੀ। ਕਿਸਾਨ ਜਥੇਬੰਦੀਆਂ ਵੱਲੋਂ ਮ੍ਰਿਤਕ ਕਿਸਾਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਕਿਸਾਨ ਆਗੂਆਂ ਵੱਲੋਂ ਮ੍ਰਿਤਕ ਸੁਖਦੇਵ ਸਿੰਘ ਦੇ ਪਰਿਵਾਰ ਦਾ ਸਾਰਾ ਕਰਜ਼ਾ ਮਾਫ ਕਰਨ, ਪਰਿਵਾਰ ਨੂੰ 10 ਲੱਖ ਮੁਆਵਜ਼ਾ ਅਤੇ ਇੱਕ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਇਹਦਾ ਜਦੋਂ ਤੋਂ ਟਾਇਰ ਪਹਿਲਾਂ ਵੀ ਚੱਲਦੇ ਸੀ, ਟਾਇਰ ਹੋ ਕੇ ਵੀ ਚੱਲਦੇ ਰਹੇ ਨੇ। ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਇਸ ਸੰਘਰਸ਼ ਦੇ ਵਿੱਚ ਹੀ ਕੰਮ ਕਰਿਆ। ਪਰਿਵਾਰ ਦਾ ਸਾਡੀ ਜੋ ਜਥੇਬੰਦੀ ਨੇ ਕਰਨਾ ਜੀ, ਇਹਨਾਂ ਨੇ ਕਰਨਾ ਜੋ ਇਹਨਾਂ ਦੀ ਬਾਤ ਬਸ ਜੀ। ਕਾਲੇ ਕਾਨੂੰਨ ਵਾਪਸ ਹੋ ਜਾਣ, ਸਾਡੇ ਕਿਸਾਨ ਘਰੇ ਆ ਜਾਣ, ਅਸੀਂ ਕਾਲੇ ਕਾਨੂੰਨਾਂ ਦੇ ਵਿਰੁੱਧ ਲੜਦੇ ਰਹਿਣਾ। ਮੈਂ ਵੀ ਇਸੇ ਸੰਘਰਸ਼ ਵਿੱਚ ਕੰਮ ਕਰਦਾ। ਮੰਗ ਜੀ ਜੋ ਸਾਡਾ ਹੈਗਾ ਤੁਹਾਨੂੰ ਪਤਾ ਹੀ ਹੈ, ਸਾਡੇ ਬੱਚੇ ਨੂੰ ਨੌਕਰੀ ਮਿਲੇ, ਉਹਦਾ ਕਰਜ਼ਾ ਮਾਫ ਤੇ 10 ਲੱਖ ਦੀ ਉਹਨੂੰ ਉਹਦਾ ਜਿੰਨਾ ਮੰਨਦੇ ਨਹੀਂ ਉਹਨਾਂ ਦੇ ਜੋ ਸੰਸਕਾਰ ਨਹੀਂ ਕਰਦੇ ਹੈਗੇ। ਧਰਨਾ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਭਾਜਪਾ ਦਾ ਆਗੂ ਜਾਗਵਿੰਦਰ ਸੈਂਟੀ, ਉਹਦੇ ਬਾਹਰ 'ਚ ਮੋਰਚਾ ਚੱਲ ਰਿਹਾ 2 ਮਹੀਨੇ ਤੋਂ ਲਗਾਤਾਰ। ਅੱਜ ਸਾਡੀ ਮੀਟਿੰਗ ਸੀ ਉੱਥੇ ਜ਼ਿਲ੍ਹੇ ਦੀ, ਸਾਰੇ ਸਾਡੇ ਬਲਾਕਾਂ ਦੇ ਆਗੂ ਪਹੁੰਚੇ ਸੀ ਉੱਤੇ, ਸਾਰੇ ਕਮੇਟੀਆਂ ਦੇ ਆਗੂ। ਅਸੀਂ ਮੀਟਿੰਗ ਕਰ ਰਹੇ ਸੀ, ਯਾਨੀ ਤਕਰੀਬਨ 12 ਕੁ ਵਜੇ। ਜੋ ਮੀਟਿੰਗ ਦੇ ਵਿੱਚ ਗੱਲਾਂ ਆ ਰਹੀਆਂ ਸੀ ਦਿੱਲੀ ਮੋਰਚੇ ਦੀ ਤਿਆਰੀ ਵਾਸਤੇ, ਇੱਥੇ ਵਾਲੇ ਮੋਰਚੇ ਚਲਾਉਣ ਵਾਸਤੇ, ਸਾਡਾ ਬਾਪੂ ਸੁਖਦੇਵ ਸਿੰਘ ਮਾਸਟਰ ਜੋ ਪਿੰਡ ਗੁਰਮਾ ਤੋਂ ਸੀ, ਪਹਿਲਾਂ ਵੀ ਜਥੇਬੰਦੀ 'ਚ ਜਦੋਂ ਤੋਂ ਰਿਟਾਇਰ ਹੋਏ ਨੇ ਉਹ ਸਿਰਗਰਮ ਰਹੇ ਨੇ। ਉਹ ਲਿਖ ਰਹੇ ਸੀ ਕੁਛ ਆਪਦੀ ਡਾਇਰੀ ਦੇ ਵਿੱਚ, ਜਿਵੇਂ ਇੱਧਰੋਂ ਨੁਕਤੇ ਆਈ ਜਾਂਦੇ ਜਥੇਬੰਦੀ ਦੇ। ਅਚਾਨਕ ਉਹਨਾਂ ਨੂੰ ਸਾਨੂੰ ਐਂ ਲੱਗਿਆ ਜਾਨੀ ਪਿੱਛੇ ਨੂੰ ਉੱਲ ਲਏ ਜਦੋਂ ਉਹ, ਅਸੀਂ ਉਹਨੂੰ ਸਾਂਭਣ ਦੀ ਕੋਸ਼ਿਸ਼ ਕੀਤੀ, ਦੱਬਿਆ ਘੁੱਟਿਆ। ਉਸ ਤੋਂ ਬਾਅਦ ਸਾਡੀ ਨਿੱਜੀ ਗੱਡੀ ਦੇ ਵਿੱਚ ਅਸੀਂ ਹਸਪੀਟਲ ਨੂੰ ਲੈ ਕੇ ਆਏ ਹਾਂ। ਸਾਨੂੰ ਰਾਹ 'ਚ ਹੀ ਪਤਾ ਲੱਗਿਆ ਵੀ ਐਕਸਪਾਇਰ ਹੋ ਗਏ। ਚਲੋ ਆ ਕੇ ਜਦੋਂ ਇਹਨਾਂ ਨੇ ਚੈੱਕ ਕੀਤਾ, ਉਸ ਤੋਂ ਬਾਅਦ ਇਹਨਾਂ ਨੇ ਡਿਕਲੇਅਰ ਕਰਤਾ ਵੀ ਠੀਕ ਹੈ, ਇਹਨਾਂ ਦੀ ਮੌਤ ਹੋ ਗਈ। ਜਾਨੀ ਮੋਦੀ ਸਰਕਾਰ ਇਹਦੀ ਕਾਤਲ ਹੈ। ਹਾਲੇ ਅਸੀਂ ਐਂ ਦੇਖ ਰਹੇ ਹਾਂ ਵੀ ਕਿੰਨੀਆਂ ਕੁ ਜਾਨਾਂ ਸਾਡੀਆਂ ਲਊਗੀ। ਜਿਹੜੀ ਲੋਕਾਂ ਦੀਆਂ ਵੋਟਾਂ ਲੈ ਕੇ ਸਰਕਾਰ ਚੁਣੀ ਹੈ, ਅੱਜ ਉਹਦੇ ਅੜੀਅਰ ਰੁਪਈਏ ਨੇ ਸਾਡੇ ਘੱਟ ਤੋਂ ਘੱਟ ਇੱਕ ਅੱਧੀ ਦਰਜਨ ਦੇ ਤਕਰੀਬਨ ਕਿਸਾਨ ਤੇ ਮਜ਼ਦੂਰ ਖੋਲੇ। ਹਲੇ ਹੋਰ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਲੈਣੀਆਂ, ਕਿੰਨੇ ਘੋਲ ਨੇ ਲੰਮਾ ਜਾਣਾ ਹੈ। ਜਾਨੀ ਸਾਨੂੰ ਜਿਹੜਾ ਕਰੋਨਾ ਦੀ ਮਹਾਮਾਰੀ ਕਹਿੰਦੇ ਸੀ, ਉਹ ਤੋਂ ਸਾਨੂੰ ਘੱਟ ਖਤਰਾ ਸੀ। ਉਹ ਤੋਂ ਆਏ ਸੀ ਵੀ ਕੁਛ ਨਾ ਕੁਛ ਬਚ ਜਾਵਾਂਗੇ। ਜੇ ਕਾਲੇ ਕਾਨੂੰਨ ਭਰਾਵੋ ਤਿੰਨੇ ਲਾਗੂ ਹੁੰਦੇ ਨੇ ਤਾਂ ਸਾਡਾ ਸਾਰਿਆਂ ਦਾ ਮਰਨਾ ਤੈਅ ਹੈ। ਉਧਰ ਦਿੱਲੀ ਦੇ ਟਿੱਕਰੀ ਬਾਰਡਰ ਵਿਖੇ ਸ਼ਹੀਦ ਹੋਏ ਗੁਰਦਾਸਪੁਰ ਦੇ 75 ਸਾਲਾ ਕਿਸਾਨ ਅਮਰੀਕ ਸਿੰਘ ਦੇ ਪਰਿਵਾਰ ਵਾਲੇ ਆਪਣੇ ਘਰ ਪਿੰਡ ਗਿੱਲਾਂ ਪਹੁੰਚ ਗਏ ਨੇ। ਕਿਸਾਨ ਅਮਰੀਕ ਸਿੰਘ ਦਾ ਪੁੱਤਰ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸਰਗਰਮ ਮੈਂਬਰ ਹੈ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਇਹ ਪੂਰਾ ਪਰਿਵਾਰ ਦਿੱਲੀ ਦੇ ਟਿੱਕਰੀ ਬਾਰਡਰ ਉੱਤੇ ਧਰਨਾ ਦੇ ਰਿਹਾ ਸੀ, ਜਿੱਥੇ ਪਰਿਵਾਰ ਦੇ ਮੁਖੀ ਅਮਰੀਕ ਸਿੰਘ ਦੀ ਮੌਤ ਹੋ ਗਈ ਸੀ ਅਤੇ ਹੁਣ ਇਹ ਪੂਰਾ ਪਰਿਵਾਰ ਆਪਣੇ ਘਰ ਵਾਪਸ ਪਰਤਿਆ ਹੈ ਅਤੇ ਪਿੰਡ ਦੇ ਲੋਕ ਅਫਸੋਸ ਦਾ ਪ੍ਰਗਟਾਵਾ ਕਰਨ ਲਈ ਉਹਨਾਂ ਦੇ ਘਰ ਪਹੁੰਚ ਰਹੇ ਨੇ। ਕੜਾਕੇ ਦੀ ਠੰਡ ਤੇ ਧੁੰਦ ਦਾ ਚਾਹੇ ਕਿਸਾਨ ਅੰਦੋਲਨ ਤੇ ਕੋਈ ਬਹੁਤਾ ਫਰਕ ਨਜ਼ਰ ਨਹੀਂ ਆ ਰਿਹਾ, ਪਰ ਕਿਸਾਨ ਅੰਦੋਲਨ 'ਚ ਸ਼ਹੀਦ ਹੋਣ ਵਾਲਿਆਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਸਬੱਬ ਬਣੀ ਹੋਈ ਹੈ। ਅੱਜ ਦਿੱਲੀ ਮੋਰਚੇ ਤੋਂ ਵਾਪਸ ਪਰਤਦਿਆਂ ਮਜ਼ਦੂਰ ਮੁਕਤੀ ਮੋਰਚਾ ਦੀ ਆਗੂ 70 ਸਾਲਾ ਮਲਕੀਤ ਕੌਰ ਦੀ ਸੜਕ ਹਾਦਸੇ 'ਚ ਦੁਖਦਾਈ ਮੌਤ ਹੋ ਗਈ। ਉਧਰ ਫਤਿਹਗੜ੍ਹ ਛੰਨਾ ਵਿਖੇ ਨੌਜਵਾਨ ਕਿਸਾਨ ਆਗੂ ਭੀਮ ਸਿੰਘ ਦਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿੱਥੇ ਸਿਆਸੀ ਆਗੂਆਂ ਸਮੇਤ ਸੈਂਕੜੇ ਲੋਕ ਭੀਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ। ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੌਰਾਨ ਹੁਣ ਤੱਕ 50 ਦੇ ਕਰੀਬ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ।
ਇਹਨਾਂ ਵਿੱਚ ਪਿੰਡ ਫਤਿਹਗੜ੍ਹ ਛੰਨਾ ਦਾ ਨੌਜਵਾਨ ਕਿਸਾਨ ਭੀਮ ਸਿੰਘ ਵੀ ਸ਼ਾਮਲ ਹੈ, ਜਿਸ ਦਾ ਭੋਗ ਸਮਾਗਮ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਭੋਗ ਸਮਾਗਮ ਵਿੱਚ ਵਿਧਾਇਕ ਰਜਿੰਦਰ ਸਿੰਘ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਸਮੇਤ ਸੈਂਕੜੇ ਲੋਕ ਸ਼ਹੀਦ ਭੀਮ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਸ ਮੌਕੇ ਵਿਧਾਇਕ ਰਜਿੰਦਰ ਸਿੰਘ ਵੱਲੋਂ ਭੀਮ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਅਤੇ ਸੁਰਜੀਤ ਸਿੰਘ ਰਖੜਾ ਵੱਲੋਂ 2 ਲੱਖ ਰੁਪਏ ਅਤੇ ਸ਼ਾਹਕੋਟ ਲਾਇਨਜ਼ ਵੱਲੋਂ 50,000 ਰੁਪਏ ਦਿੱਤੇ ਗਏ। ਇਸ ਮੌਕੇ ਵਿਧਾਇਕ ਰਜਿੰਦਰ ਸਿੰਘ ਨੇ ਸ਼ਹੀਦ ਭੀਮ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ, ਜਦਕਿ ਸੁਰਜੀਤ ਸਿੰਘ ਰਖੜਾ ਨੇ ਸ਼ਹੀਦ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕੀ। ਸ਼ਹੀਦੀ ਦਿੱਤੀ ਹੈ ਸਰਦਾਰ ਭੀਮ ਸਿੰਘ ਜੀ ਨੇ। ਮੈਂ ਸਮਝਦਾ ਵੀ ਉਹਨਾਂ ਨੂੰ ਅਸਲੀ ਜਿਹੜੀ ਸ਼ਰਧਾਂਜਲੀ ਹੈ, ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜੋ ਵੀ ਇਸ ਸੰਘਰਸ਼ ਦੇ ਵਿੱਚ ਅਸੀਂ ਤਿਲ ਫੁੱਲ ਪਾ ਸਕਦੇ ਆ, ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸਾਨ ਦੇ ਨਾਲ ਖੜੇ ਹੋਣ ਦੀ ਜ਼ਰੂਰਤ ਹੈਗੀ ਹੈ। ਸੋ ਅੱਜ ਜੋ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਸੀ, ਅਸੀਂ 5 ਲੱਖ ਰੁਪਇਆ ਦਿੱਤਾ। ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਇਲਾਕਾ, ਮੈਂ ਐਜ਼ MLA ਤੌਰ ਤੇ ਭੀਮ ਸਿੰਘ ਦੇ ਪਰਿਵਾਰ ਦੇ ਨਾਲ ਖੜੇ ਹਾਂ। ਸਾਡਾ ਪਰਿਵਾਰ ਹੈ, ਜੋ ਵੀ ਬਣਦੀ ਜ਼ਰੂਰਤ ਹੋਊਗੀ ਅਸੀਂ ਪੂਰੀ ਕਰਾਂਗੇ। ਸਰ, ਕੋਈ ਸਰਕਾਰੀ ਨੌਕਰੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰ ਵੱਲੋਂ? ਭੀਮ ਸਿੰਘ ਦੇ ਭੈਣ ਜੀ ਹੈਗੇ ਆ, ਅਸੀਂ ਪਤਾ ਕਰਦੇ ਆ ਵੀ ਉਹ ਕਿੰਨੇ ਕੀ ਉਹਨਾਂ ਦੀ ਐਜੂਕੇਸ਼ਨ ਹੈ, ਉਹਨਾਂ ਦੀ ਐਜੂਕੇਸ਼ਨ ਦੇ ਹਿਸਾਬ ਦੇ ਨਾਲ ਇਹ ਵੀ ਇੰਤਜ਼ਾਮ ਕਰਿਆ ਜਾ ਸਕਦਾ। ਸਭਾ ਦੀ ਗੱਲ ਹੋਵੇ, ਕੋਈ ਪੁੰਨ ਦੀ ਗੱਲ ਹੋਵੇ, ਕੋਈ ਦਾਨ ਦੀ ਗੱਲ ਹੋਵੇ, ਕੋਈ ਸਾਂਝੇ ਕੰਮ ਦੀ ਗੱਲ ਹੋਵੇ, ਫਤਿਹਗੜ੍ਹ ਛੰਨ ਪਿੰਡ ਦਾ ਬਹੁਤ ਬੜਾ ਯੋਗਦਾਨ ਹੈ। ਤੇ ਇਹ ਨੌਜਵਾਨ ਵੀ ਉਸ ਸੰਘਰਸ਼ ਦੇ ਵਿੱਚ ਗਿਆ ਸੀ ਜਿਹੜਾ ਦਿੱਲੀ ਦੇ ਵਿੱਚ ਅੱਜ ਸਾਰੀ ਦੁਨੀਆ ਉਹਦੇ ਵਿੱਚ ਜੁੜੀ ਹੋਈ ਹੈ। ਤੇ ਉੱਥੇ ਬਦਕਿਸਮਤੀ ਕਹਿ ਲਈਏ, ਇਹ ਤਾਂ ਗੁਰੂ ਮਹਾਰਾਜ ਨੂੰ ਪਤਾ, ਸੱਚੇ ਪਾਤਸ਼ਾਹ ਨੂੰ ਪਤਾ ਹੈ ਕਿ ਉਹ ਪਹਿਲੇ ਦਿਨ ਹੀ ਗਿਆ ਤੇ ਪਹਿਲੇ ਦਿਨ ਹੀ ਗਿਆ ਤੇ ਸਾਨੂੰ ਵਿਛੋੜਾ ਦੇ ਗਿਆ। ਸਾਰੇ ਨਗਰ ਦੇ ਹੁਕਮ ਸੀ, ਵੈਸੇ ਸਾਰਿਆਂ ਦੀ ਡਿਊਟੀ ਬਣਦੀ ਹੈ। ਇਹਨਾਂ ਨੂੰ 2 ਲੱਖ ਰੁਪਏ ਅੱਜ ਜਿਹੜੀ ਸਾਡੀ ਬੇਟੀ ਹੈ, ਪਰਿਵਾਰ ਹੈ, ਉਹਦੇ ਲਈ ਦਿੱਤਾ ਤੇ ਉਹਦੇ ਨਾਲ ਹੀ 1 ਲੱਖ ਰੁਪਇਆ ਸ਼੍ਰੋਮਣੀ ਕਮੇਟੀ ਕੰਨਿਓ ਵੀ ਆਇਆ ਤੇ ਉਹਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਹੈ ਜਿਹੜੀ, ਕਿਉਂਕਿ ਸਭ ਤੋਂ ਵੱਡੀ ਗੱਲ ਬੱਚੇ ਨੇ। ਇਹ ਜੋ ਮਰਜ਼ੀ ਪੜ੍ਹਾਈ ਕਰਨ, ਜਿਹੜੇ ਸਕੂਲ 'ਚ ਮਰਜ਼ੀ ਪੜ੍ਹਨ, ਉਹ ਪੜ੍ਹਾਈ ਦੀ ਸਾਰੀ ਜ਼ਿੰਦਗੀ ਦਾ ਖਰਚਾ ਜਿਹੜਾ ਉਹ ਮੈਂ ਆਪਣੇ ਪਰਿਵਾਰ ਕੰਨਿਓ ਕਰਨਾ। ਜਿਹੜੇ ਦਿੱਲੀ ਜਾਣਗੇ, ਚਾਹੇ ਟਰੈਕਟਰ 'ਤੇ ਜਾਣਾ ਹੈ, ਬੱਸ 'ਤੇ ਜਾਣਾ ਹੈ ਜਾਂ ਟਰੱਕ 'ਤੇ ਜਾਣਾ, ਜਿਵੇਂ ਵੀ ਚਾਹਣਗੇ ਉਹਦਾ ਵੀ ਸਾਰਾ ਕੁਝ ਕਰਕੇ ਦੇਵਾਂਗੇ। ਜਿੰਨਾ ਚਿਰ ਸੰਘਰਸ਼ ਚੱਲੂ ਉਹਨਾਂ ਚਿਰ ਚੱਲਦਾ ਰਹੂਗਾ। ਉਧਰ ਕਿਸਾਨ ਅੰਦੋਲਨ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਿੱਲੀ ਮੋਰਚੇ ਤੋਂ ਵਾਪਸ ਪਰਤ ਰਹੀ ਮਲਕੀਤ ਕੌਰ ਦੀ ਫਤਿਆਬਾਦ ਨੇੜੇ ਇੱਕ ਅਣਪਛਾਤੇ ਵਾਹਨ ਨਾਲ ਟੱਕਰ 'ਚ ਮੌਤ ਹੋ ਗਈ। ਮਲਕੀਤ ਕੌਰ ਦੀ ਉਮਰ ਕਰੀਬ 70 ਸਾਲ ਸੀ ਅਤੇ ਉਹ ਮਜ਼ਦੂਰ ਮੁਕਤੀ ਮੋਰਚੇ ਦੀ ਸਿਰ ਕੱਢ ਆਗੂ ਸੀ। ਮਲਕੀਤ ਕੌਰ ਦੀ ਸ਼ਹਾਦਤ ਉੱਤੇ ਕਿਸਾਨ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਿਸਾਨ ਅੰਦੋਲਨ ਦੌਰਾਨ ਫਤਿਹਾਬਾਦ 'ਚ ਸ਼ਹੀਦ ਹੋਣ ਵਾਲੀ 70 ਸਾਲਾ ਮਲਕੀਤ ਕੌਰ ਮਾਨਸਾ ਦੀ ਰਹਿਣ ਵਾਲੀ ਸੀ। ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲਕੀਤ ਕੌਰ ਕੋਲ ਆਪਣੀ ਜ਼ਮੀਨ ਨਹੀਂ ਸੀ, ਉਸ ਦਾ ਘਰ ਵੀ ਕਰਜ਼ ਕਾਰਨ ਕੁਰਕ ਹੋ ਚੁੱਕਾ ਹੈ, ਪਰ ਇਸ ਦੇ ਬਾਵਜੂਦ ਉਹ ਕਿਸਾਨੀ ਅੰਦੋਲਨ 'ਚ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਸੀ। ਆਗੂਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਰਕਾਰ ਪੀੜਿਤ ਪਰਿਵਾਰ ਦੀ 10 ਲੱਖ ਰੁਪਏ ਆਰਥਿਕ ਮਦਦ, ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੇ ਕਰਜ਼ਾ ਮਾਫ ਨਹੀਂ ਕਰੇਗੀ, ਮ੍ਰਿਤਕਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। 26 ਤਰੀਕ ਨੂੰ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਵੱਡਾ ਜਥਾ ਲੈ ਕੇ ਗਏ ਸੀ। ਕੱਲ ਰਸਤੇ 'ਚ ਆਉਂਦੇ ਹੋਏ ਫਤਿਆਬਾਦ ਹਰਿਆਣੇ ਦੇ ਵਿੱਚ ਸਾਡੀ ਵਰਕਰ ਸ਼ਹਿਰ ਦੀ ਜਿਹੜੀ ਮਜ਼ਦੂਰ ਮੁਕਤੀ ਮੋਰਚੇ ਦੀ ਮਲਕੀਤ ਕੌਰ ਸੀ ਮਾਤਾ, ਉਹਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ। ਅਸੀਂ ਅੱਜ ਇਸ ਮੌਤ ਦੇ ਉੱਤੇ ਵੀ ਮੁਆਵਜ਼ੇ ਦੀ ਮੰਗ ਕੀਤੀ ਹੈ ਕਿ ਘੱਟੋ ਘੱਟ ਪਰਿਵਾਰ ਨੂੰ 10 ਲੱਖ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੇ ਮਾਤਾ ਦੇ ਸਿਰ ਕਰਜ਼ਾ ਸੀ ਪ੍ਰਾਈਵੇਟ, ਜਿਹੜੇ ਕਰਜ਼ੇ ਦੇ ਵਿੱਚ ਇਸ ਮਾਤਾ ਦੇ ਘਰ ਜਿਹੜਾ ਤੁਸੀਂ ਦੇਖ ਰਹੇ ਹੋ ਛੋਟਾ ਜਿਹਾ ਘਰ ਹੈ, ਉਹਦੀ 4 ਸਾਲ ਪਹਿਲਾਂ 3 ਵਾਰੀ ਕੁਰਕੀ ਆ ਚੁੱਕੀ ਹੈ ਤੇ ਉਹ ਕੁਰਕੀ ਅਸੀਂ ਰੋਕੀ ਹੈ, ਡਾਂਗ ਨਾਲ ਰੋਕੀ, ਅਦਾਲਤ ਨੇ ਭੇਜੀ ਸੀ। ਹੁਣ ਸਾਡੀ ਜਿਹੜੀ ਮੰਗ ਹੈ, ਅਸੀਂ ਡੀ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਹਾਂ। ਜੇ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਉਹਨਾਂ ਚਿਰ ਅਸੀਂ ਜਿਹੜਾ ਮਾਤਾ ਦਾ ਸੰਸਕਾਰ ਨਹੀਂ ਕਰਾਂਗੇ। ਜਦੋਂ ਮੰਗਾਂ ਪੂਰੀਆਂ ਹੋਣਗੀਆਂ ਉਦੋਂ ਸੰਸਕਾਰ ਕਰਾਂਗੇ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ਤਹਿਤ ਲੰਘੇ ਕੱਲ ਮਾਝੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਿਸਾਨਾਂ ਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਥਾਲੀਆਂ ਖੜਕਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਮਨ ਕੀ ਬਾਤ ਦਾ ਵਿਰੋਧ ਕੀਤਾ ਗਿਆ। ਵੱਖ-ਵੱਖ ਥਾਵਾਂ ਤੇ ਥਾਲੀਆਂ ਖੜਕਾਉਣ ਦਾ ਇਹ ਸਿਲਸਿਲਾ ਉਨੀ ਦੇਰ ਜਾਰੀ ਰਿਹਾ ਜਿੰਨੀ ਦੇਰ ਪ੍ਰਧਾਨ ਮੰਤਰੀ ਦਾ ਭਾਸ਼ਣ ਚੱਲਦਾ ਰਿਹਾ। ਇਸ ਮੌਕੇ ਕਿਸਾਨਾਂ ਤੇ ਉਹਨਾਂ ਦੇ ਪਰਿਵਾਰਾਂ ਨੇ ਥਾਲੀਆਂ ਖੜਕਾਉਂਦੇ ਹੋਏ ਮੋਦੀ ਸਰਕਾਰ ਮੁਰਦਾਬਾਦ ਤੇ ਕਾਲੇ ਕਾਨੂੰਨ ਵਾਪਸ ਲਓ ਦੇ ਨਾਅਰੇ ਵੀ ਲਾਏ। ਜੰਡਿਆਲਾ ਗੁਰੂ ਵਿਖੇ ਧਰਨੇ ਤੇ ਥਾਲੀਆਂ ਵਜਾ ਰਹੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨੂੰ ਹੁਣ ਆਪਣੀ ਸੁਣਾਉਣ ਦੀ ਥਾਂ
ਲੋਕਾਂ ਦੇ ਮਨ ਦੀ ਆਵਾਜ਼ ਸੁਣਨੀ ਚਾਹੀਦੀ ਹੈ ਤੇ ਤੁਰੰਤ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ। ਇਹ ਭਾਂਡੇ ਖੜਕਾ ਕੇ ਇਹ ਜੋ ਮੋਦੀ ਮਨ ਕੀ ਬਾਤ ਕਰਦਾ ਵਾ ਉਹਨੂੰ ਉਹਦੇ ਬੋਲੇ ਜਿਹੜੇ ਕੰਨ ਵਾ ਉਹਨਾਂ ਨੂੰ ਕੰਨਾਂ ਨੂੰ ਖੋਲ੍ਹਣ ਵਾਸਤੇ ਇਹ ਕਿਸਾਨ ਮਜ਼ਦੂਰ ਸਾਰੇ ਇਹ ਭਾਂਡੇ ਖੜਕਾ ਕੇ ਉਹਦੇ ਕੰਨ ਖੋਲ ਰਹੇ ਆ ਵੀ ਤੂੰ ਜਿਹੜੀ ਮਨ ਕੀ ਬਾਤ ਕਰਦਾ ਵਾ ਉਹ ਬਾਤ ਨਾ ਕਰ, ਮਨ ਕੀ ਬਾਤ ਨਾ ਸੁਣ, ਤੂੰ ਕਿਸਾਨਾਂ ਦੀ ਬਾਤ ਸੁਣ, ਜਿਹੜੇ ਭੁੱਖੇ ਤੇ ਆਏ ਠੰਡ ਦੇ ਵਿੱਚ ਜੋ ਧਰਨਿਆਂ ਦੇ ਬੈਠੇ ਆ, ਜੋ ਰੋਡ ਤੇ ਬੈਠੇ ਆ, ਇਹਨਾਂ ਦੀ ਬਾਤ ਸੁਣ। ਇਸ ਕਰਕੇ ਭਾਂਡੇ ਖੜਕਾ ਕੇ ਇਹ ਮੋਦੀ ਸਰਕਾਰ ਦੇ ਜਿਹੜੇ ਬੋਲੇ ਕੰਨ ਆ ਉਹਨੂੰ ਖੋਲ੍ਹਿਆ ਜਾ ਰਿਹਾ। ਉਧਰ ਰਾਜਪੁਰਾ ਪਟਿਆਲਾ ਰੋਡ ਉੱਤੇ ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦਾ ਵਿਰੋਧ ਥਾਲੀਆਂ ਵਜਾ ਕੇ ਕੀਤਾ। ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਆਪਣੀ ਗੱਲ ਦੇਸ਼ ਵਾਸੀਆਂ ਨੂੰ ਨਿਰੰਤਰ ਸੁਣਾ ਰਹੇ ਨੇ ਪਰ ਕਿਸੇ ਹੋਰ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਕਿਸਾਨ ਪਿਛਲੇ 3 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਚੁੱਕ ਰਹੇ ਨੇ ਜੋ ਪ੍ਰਧਾਨ ਮੰਤਰੀ ਤੱਕ ਨਹੀਂ ਪਹੁੰਚ ਰਹੀ। ਕਿਸਾਨਾਂ ਮੁਤਾਬਕ ਪ੍ਰਧਾਨ ਮੰਤਰੀ ਨੂੰ ਆਪਣੀ ਸੁਣਾਉਣ ਦੀ ਬਜਾਏ ਉਹਨਾਂ ਦੇ ਮਨ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਇਹ ਥਾਲੀਆਂ ਵਜਾ ਕੇ ਅਸੀਂ ਰੋਜ਼ ਦਿਖਾ ਰਹੇ ਹਾਂ। ਜਿਸ ਤਰ੍ਹਾਂ ਮੋਦੀ ਨੇ ਮਨ ਦੀ ਬਾਤ ਕਰਨੀ ਹੈ ਨਾ, ਅੱਜ ਜਦੋਂ ਮੋਦੀ ਆਪਣੀ ਮਨ ਦੀ ਬਾਤ ਕਰਦਾ ਕਿਸਾਨਾਂ ਦੇ ਮਨ ਦੀ ਬਾਤ ਨਹੀਂ ਸੁਣਦਾ। ਅਸੀਂ ਉਹਦੇ ਵਿਰੋਧ ਵਿੱਚ ਉਹਦਾ ਜਿਹੜਾ ਮਨ ਕੀ ਬਾਤ ਅੱਜ ਜਿਹੜਾ ਉਹਨੇ ਭਾਸ਼ਣ ਦੇਣਾ ਉਹਨੂੰ ਅਣਸੁਣਿਆ ਕਰਨ ਵਾਸਤੇ ਅੱਜ ਉਹਦਾ ਵਿਰੋਧ ਕਰਨ ਵਾਸਤੇ ਅਸੀਂ ਇਹ ਥਾਲੀਆਂ ਵਜਾ। ਪੰਜਾਬ ਦੇ 2 ਜ਼ਿਲ੍ਹਿਆਂ ਲੁਧਿਆਣਾ ਤੇ ਸ਼ਹੀਦ ਭਗਤ ਸਿੰਘ ਨਗਰ 'ਚ ਅੱਜ ਕੋਵਿਡ ਵੈਕਸੀਨ ਦਾ ਟ੍ਰਾਇਲ ਰਨ ਸ਼ੁਰੂ ਕੀਤਾ ਗਿਆ। ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਨੇ ਦੱਸਿਆ ਕਿ ਟ੍ਰਾਇਲ ਦੌਰਾਨ ਟੀਕਾਕਰਨ ਪ੍ਰਕਿਰਿਆ ਦੀ ਤਿਆਰੀ ਦਾ ਅਭਿਆਸ ਕੀਤਾ ਜਾਵੇਗਾ। ਇਸ ਤਹਿਤ ਅੱਜ ਡਾਟਾ ਐਂਟਰੀ ਪੋਰਟਲ ਤੇ ਕੋਲਡ ਚੇਨ ਆਦਿ ਸੰਬੰਧੀ ਸਾਰਾ ਸਿਸਟਮ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਦੌਰਾਨ ਟੀਕਾਕਰਨ ਲਈ ਪਬਲਿਕ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਐਕਚੁਅਲ ਵਿੱਚ ਕਿਸੇ ਦਾ ਟੀਕਾਕਰਨ ਹੋਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਵੈਕਸੀਨ ਦੇ ਟ੍ਰਾਇਲ ਰਨ ਦਾ ਉਦੇਸ਼ ਟੀਕਾਕਰਨ ਸ਼ੁਰੂ ਕਰਨ ਲਈ ਨਿਰਧਾਰਤ ਢੰਗਾਂ ਦੀ ਜਾਂਚ ਕਰਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਅਭਿਆਸ ਕਿਸੇ ਵੀ ਅੰਦਰੂਨੀ ਘਾਟਾਂ ਜਾਂ ਰੁਕਾਵਟਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਤਾਂ ਜੋ ਸਮਾਂ ਰਹਿੰਦਿਆਂ ਉਹਨਾਂ ਦਾ ਹੱਲ ਕੀਤਾ ਜਾ ਸਕੇ। ਸਾਡਾ ਕੋਵਿਡ-19 ਵੈਕਸੀਨੇਸ਼ਨ ਦਾ ਡਰਾਈ ਰਨ ਜਿਹਨੂੰ ਅਸੀਂ ਮੌਕ ਡਰਿਲ ਵੀ ਕਹਿੰਦੇ ਹਾਂ, ਉਹਦੇ ਲਈ ਪੰਜਾਬ ਦੇ 2 ਜ਼ਿਲ੍ਹਿਆਂ 'ਚੋਂ ਇੱਕ ਸਾਡਾ ਜ਼ਿਲ੍ਹਾ ਵੀ ਹੈ SPS ਨਗਰ, ਇਹਨੂੰ ਵੀ ਚੁਣਿਆ ਗਿਆ। ਸੋ ਗਵਰਨਮੈਂਟ ਆਫ ਇੰਡੀਆ ਦੇ ਥਰੂ ਜਿਹੜੇ ਹੈਗੀਆਂ 4 ਸਟੇਟਸ ਦੇ ਵਿੱਚ ਇਹ ਡਰਾਈ ਰਨ ਜਾਂ ਜਿਹੜੀ ਮੌਕ ਡਰਿਲ ਹੈਗੀ ਆ ਫॉर ਕੋਵਿਡ-19 ਵੈਕਸੀਨੇਸ਼ਨ, ਉਹਦੇ ਲਈ 4 ਸਟੇਟਸ ਜਿਹੜੀਆਂ ਚੁਣੀਆਂ ਗਈਆਂ ਸਨ ਔਰ ਉਹਦੇ ਵਿੱਚ ਆਂਧਰਾ ਪ੍ਰਦੇਸ਼, ਅਸਾਮ, ਗੁਜਰਾਤ ਔਰ ਪੰਜਾਬ ਸੀ। ਔਰ ਪੰਜਾਬ ਸਟੇਟ ਦੇ 2 ਡਿਸਟ੍ਰਿਕਟ ਚੁਣੇ ਗਏ ਕਿ ਤੇ ਉਹਨਾਂ 'ਚੋਂ ਇੱਕ ਲੁਧਿਆਣਾ ਡਿਸਟ੍ਰਿਕਟ ਹੈ ਔਰ ਦੂਸਰਾ ਸਾਡਾ SPS ਨਗਰ ਡਿਸਟ੍ਰਿਕਟ ਹੈ। ਸੋ ਬੇਸਿਕਲੀ ਇਸ ਡਰਾਈ ਰਨ ਦੇ ਵਿੱਚ ਅਸੀਂ 5 ਸਾਈਟਸ ਆਪਣੀਆਂ ਚੂਜ਼ ਕੀਤੀਆਂ ਡਿਸਟ੍ਰਿਕਟ SPS ਨਗਰ 'ਚ, ਜਿਨ੍ਹਾਂ 'ਚੋਂ ਡਿਸਟ੍ਰਿਕਟ ਹਸਪੀਟਲ ਨਵਾਂ ਸ਼ਹਿਰ, ਸੈਕਿੰਡ ਡੇ ਹੈਗੇ CSC ਮੁਕੰਦਪੁਰ, ਜਿਹੜੀ ਅਰਬਨ ਆਊਟਰੀਚ ਹੈ PSC ਚਾੜਲਾ ਔਰ ਇੱਕ ਰੂਰਲ ਆਊਟਰੀਚ ਸਾਈਟ ਹੈ ਸਾਡੀ ਸਬ ਸੈਂਟਰ ਉਸਮਾਨਪੁਰ ਔਰ ਇਸ ਤੋਂ ਇਲਾਵਾ ਇੱਕ ਪ੍ਰਾਈਵੇਟ ਸਾਡੀ ਸਾਈਟ ਹੈ ਦੈਟ ਇਜ਼ IVY ਹਸਪੀਟਲ ਨਵਾਂ ਸ਼ਹਿਰ। ਸੋ ਇਹਨਾਂ 5 ਸਾਈਟਸ ਦੇ ਵਿੱਚ ਹੀ ਇਹ ਡਰਾਈ ਰਨ ਦੀ ਪ੍ਰਕਿਰਿਆ ਕੀਤੀ ਜਾਵੇਗੀ। ਇਨੀ ਦਿਨੀ ਪੈ ਰਹੀ ਸੰਘਣੀ ਧੁੰਦ ਕਾਰਨ ਸੂਬੇ 'ਚ ਹਾਦਸਿਆਂ ਦਾ ਖਤਰਾ ਕਾਫੀ ਵੱਧ ਗਿਆ ਹੈ। ਇਸ ਨੂੰ ਰੋਕਣ ਲਈ ਅੱਜ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਵਾਹਨਾਂ ਤੇ ਰਿਫਲੈਕਟਰ ਲਗਾਉਣ ਦਾ ਕੰਮ ਆਰੰਭਿਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਜਿਹੜੇ ਵਾਹਨਾਂ ਪਿੱਛੇ ਰਿਫਲੈਕਟਰ ਨਹੀਂ ਲੱਗੇ ਧੁੰਦ 'ਚ ਉਹਨਾਂ ਕਾਰਨ ਹਾਦਸੇ ਵਾਪਰ ਸਕਦੇ ਨੇ। ਟ੍ਰੈਫਿਕ ਪੁਲਿਸ ਅਜਿਹੇ ਵਾਹਨਾਂ ਪਿੱਛੇ ਮੁਫਤ ਰਿਫਲੈਕਟਰ ਲਗਾ ਰਹੀ ਹੈ। ਉਹਨਾਂ ਇਸ ਕੰਮ 'ਚ ਮਦਦ ਲਈ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਦੀ ਵੀ ਪ੍ਰਸ਼ੰਸਾ ਕੀਤੀ। ਧੁੰਦਾਂ ਦਾ ਜਿਹੜਾ ਮੌਸਮ ਚੱਲ ਰਿਹਾ ਹੈ, ਬਹੁਤ ਜ਼ਿਆਦਾ ਧੁੰਦਾਂ ਹੋਣ ਕਰਕੇ ਅੱਜ ਦੀਪਕ ਜੀ ਵੱਲੋਂ ਮਯੰਕ ਫਾਊਂਡੇਸ਼ਨ ਵੱਲੋਂ ਜੋ ਅੱਜ ਲਾਏ ਜਾ ਰਹੇ ਨੇ ਰਿਫਲੈਕਟਰ, ਬਹੁਤ ਚੰਗੀ ਗੱਲ ਹੈ। ਜਿਵੇਂ ਟਰੈਕਟਰ ਟਰਾਲੀ ਹੈ, ਇਹਨਾਂ ਦੇ ਪਿੱਛੇ ਦਾ ਰਿਫਲੈਕਟਰ ਹੈ ਹੀ ਨਹੀਂ ਸੀਗੇ। ਜਿੰਨੇ ਵੀ ਟਰੈਕਟਰ ਟਰਾਲੀ ਇਸ ਸਟੈਂਡ ਤੇ ਨੇ, ਜੋ ਵੀ ਰੇਤਾ ਦੇ ਵਿੱਚ ਲੱਗੇ ਨੇ ਜਾਂ ਇੱਟਾਂ ਦੇ ਵਿੱਚ ਲੱਗੇ ਨੇ, ਅਸੀਂ ਸਾਰਿਆਂ ਦੇ ਅੱਜ ਰਿਫਲੈਕਟਰ ਲਾ ਰਹੇ ਹਾਂ। ਇਹਨਾਂ ਨੂੰ ਵੈਸੇ ਆਪ ਹੀ ਚਾਹੀਦਾ ਹੈ ਕਿ ਸਾਰੇ ਜਣੇ ਇਸ ਗੱਲ ਨੂੰ ਮੇਨ ਅਹਿਮੀਅਤ ਦੇਣ ਵੀ ਰਿਫਲੈਕਟਰ ਇਹਨਾਂ ਨੂੰ ਲਗਾਉਣੇ ਚਾਹੀਦੇ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ। ਦਿੱਲੀ ਸਰਹੱਦ ਤੇ ਕਿਸਾਨ ਅੰਦੋਲਨ ਦੇ 33ਵੇਂ ਦਿਨ ਸਰਕਾਰ ਨੇ ਫਿਰ ਭੇਜਿਆ ਗੱਲਬਾਤ ਦਾ ਸੱਦਾ। 30 ਦਸੰਬਰ ਨੂੰ ਦੁਪਹਿਰ 2 ਵਜੇ ਵਿਗਿਆਨ ਭਵਨ ਵਿਖੇ ਹੋਵੇਗੀ ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਪਹਿਲੀ ਚਾਲਕ ਰਹਿਤ ਮੈਟਰੋ ਦਾ ਕੀਤਾ ਉਦਘਾਟਨ। ਦਿੱਲੀ ਦੀ ਮਜੈਂਟਾ ਲਾਈਨ ਤੇ ਦੌੜੇਗੀ ਪਹਿਲੀ ਡਰਾਈਵਰਲੈਸ ਟ੍ਰੇਨ। ਸਾਲ 2025 ਤੱਕ 25 ਸ਼ਹਿਰਾਂ ਤੱਕ ਹੋਵੇਗਾ ਮੈਟਰੋ ਦਾ ਵਿਸਥਾਰ। ਜੀਓ ਦੇ ਟਾਵਰਾਂ ਤੇ ਉਤਰ ਰਿਹਾ ਪੰਜਾਬ ਦੇ ਕਿਸਾਨਾਂ ਦਾ ਗੁੱਸਾ। ਪਿਛਲੇ 2 ਮਹੀਨਿਆਂ 'ਚ 1400 ਤੋਂ ਵੱਧ ਟਾਵਰਾਂ ਨੂੰ ਪਹੁੰਚਾਇਆ ਨੁਕਸਾਨ। ਪੰਜਾਬ ਦੇ ਕਈ ਸ਼ਹਿਰਾਂ 'ਚ ਅੱਜ ਵੀ ਬੰਦ ਕੀਤੇ ਗਏ ਜੀਓ ਦੇ ਟਾਵਰ। ਪੰਜਾਬ ਦੇ ਕਿਸਾਨਾਂ ਦੀ ਰਾਹ ਤੁਰੇ ਹਰਿਆਣਾ ਦੇ ਕਿਸਾਨ। ਹਰਿਆਣਾ ਦੇ ਸਾਰੇ ਟੋਲ ਪਲਾਜ਼ੇ ਕੀਤੇ ਮੁਫਤ। ਖਟਕੜ ਟੋਲ ਪਲਾਜ਼ਾ ਤੋਂ ਮੁਫਤ ਲੰਘਾਏ ਜਾ ਰਹੇ ਨੇ ਸਾਰੇ ਵਾਹਨ। ਫਾਸਟੈਗ ਸੈਂਸਰ ਵੀ ਕੀਤੇ ਬੰਦ। ਅਤੇ ਕਿਸਾਨੀ ਘੋਲ 'ਚ ਸ਼ਹਾਦਤ ਦਾ ਦੌਰ ਲਗਾਤਾਰ ਜਾਰੀ। ਬਰਨਾਲਾ ਤੇ ਗੁਰਦਾਸਪੁਰ ਦੇ 2 ਕਿਸਾਨਾਂ ਦੀ ਸੰਘਰਸ਼ ਦੌਰਾਨ ਗਈ ਜਾਨ। ਮਾਨਸਾ ਦੀ ਬਜ਼ੁਰਗ ਮਜ਼ਦੂਰ ਆਗੂ ਵੀ ਹੋਈ ਸ਼ਹੀਦ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਟੀਵੀ ਪੰਜਾਬ।